ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ। ਜਿਨ੍ਹਾਂ ਨੇ ਵੀ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਓ ਤਾਂ ਜੋ ਨੋਟੀਫਿਕੇਸ਼ਨ ਆ ਉਹ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ। ਤਾਂ ਹੁਣ ਜਿਹੜੀ ਆਪਣੀ ਵੀਡੀਓ ਤੁਹਾਡੇ ਨਾਲ ਇਹ ਲੈਕਚਰ ਆ ਜਿਹੜਾ ਆਪਾਂ ਡਿਸਕਸ ਕਰਨ ਵਾਲੇ ਆ ਤੇ ਪੋਲਿਟੀ ਦਾ ਰਹਿਣ ਵਾਲਾ, ਔਰ ਇਹਦੇ ਵਿੱਚੋਂ ਵੀ ਅਟਾਰਨੀ ਜਨਰਲ ਦੇ ਬਾਰੇ ਗੱਲ ਕਰਨੀ ਆ। ਜਿਵੇਂ ਕਿ ਆਪਾਂ ਪਹਿਲਾਂ ਵਾਲੀ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਕੈਗ ਦੇ ਬਾਰੇ। ਤਾਂ ਕੈਗ ਦੇ ਆਰਟੀਕਲ ਕਿਹੜੇ-ਕਿਹੜੇ ਨੇ ਇਹ ਤੁਸੀਂ ਦੱਸਣਾ, ਔਰ ਆਪਣੇ ਮੌਜੂਦਾ ਕੈਗ ਕੌਣ ਨੇ ਇਹਨਾਂ ਦਾ ਵੀ ਤੁਸੀਂ ਆਨਸਰ ਕਮੈਂਟ ਕਰਕੇ ਦੇਣਾ ਤਾਂ ਜੋ ਸਾਨੂੰ ਵੀ ਪਤਾ ਲੱਗੇ ਤੁਸੀਂ ਪਹਿਲਾਂ ਵਾਲੀ ਵੀਡੀਓ 'ਚੋਂ ਕੀ ਸਿੱਖਿਆ। ਤਾਂ ਅਗਰ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਹੋਏਗਾ ਤਾਂ ਤੁਹਾਨੂੰ ਇਹਦੇ ਆਰਟੀਕਲ ਵੀ ਯਾਦ ਹੋਣੇ ਆ, ਔਰ ਅਸੀਂ ਤੁਹਾਨੂੰ ਕੈਗ ਵੀ ਦੱਸਿਆ ਸੀ ਔਰ ਨਿਊਜ਼ ਦੇ ਵਿੱਚ ਕਿਉਂ ਰਿਹਾ ਸੀ ਤਾਂ ਇਹ ਵੀ ਆਪਾਂ ਗੱਲ ਕੀਤੀ ਸੀ। ਤਾਂ ਹੁਣ ਜਿਹੜਾ ਅਟਾਰਨੀ ਜਨਰਲ ਦੀ ਅੱਜ ਗੱਲ ਕਰਨੀ ਆ ਤਾਂ ਇਹਦੇ 'ਚ ਆਪਾਂ ਅਟਾਰਨੀ ਜਨਰਲ ਆਫ ਇੰਡੀਆ ਇਹਦੇ ਬਾਰੇ ਗੱਲ ਕਰਾਂਗੇ, ਇਹਨਾਂ ਦੇ ਬਾਰੇ ਆਰਟੀਕਲ ਕਿਹੜੇ-ਕਿਹੜੇ ਨੇ ਔਰ ਇਹਨਾਂ ਦੇ ਬਾਰੇ ਬੇਸਿਕ ਇਨਫੋਰਮੇਸ਼ਨ ਕਿਹੜੀ ਆ। ਇਹ ਆਪਣਾ ਕੰਟੈਂਟ ਆ ਜਿਹੜਾ ਉਹ ਰਹਿਣ ਵਾਲਾ। ਤਾਂ ਹੁਣ ਇਹ ਤੋਂ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ MCQ ਦਿਖਾ ਦਈਏ ਇਹਨਾਂ ਦੇ। ਤੇ ਇੱਕ ਤਾਂ MCQ ਬਣਦੇ ਨੇ ਆਹ ਵਾਲੇ, ਵੈਸੇ ਤਾਂ ਇਦੋਂ ਵੀ ਇੱਕ ਸਿੰਪਲ ਆਉਂਦੇ ਆ ਜਿਵੇਂ ਕਿ ਸਿੱਧਾ ਡਾਇਰੈਕਟ ਆਰਟੀਕਲ ਪੁੱਛ ਲੈਂਦੇ ਆ ਵੀ ਕਿਹੜੇ ਆਰਟੀਕਲ ਦੇ ਨਾਲ ਰਿਲੇਟ ਕਰਦਾ, ਪਰ ਆਪਾਂ PPSC ਜਾਂ UPSC ਦੇ ਹੀ MCQs ਨੇ ਜਿਹੜੇ ਉਹਨਾਂ ਨੂੰ ਤੁਹਾਨੂੰ ਦਿਖਾਵਾਂਗੇ। ਤਾਂ ਜਿਵੇਂ ਕਿ ਆ ਸਟੇਟ ਐਗਜ਼ਾਮ ਦਾ ਕੁਐਸਚਨ ਆਇਆ ਹੋਇਆ ਕੁਐਸਚਨ ਆ ਇਹ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਟਰੂ ਅਬਾਊਟ ਦਾ ਅਟਾਰਨੀ ਜਨਰਲ ਆਫ ਇੰਡੀਆ। ਤਾਂ ਮਤਲਬ ਇਹਦੇ ਵਿੱਚੋਂ ਆ A ਆਪਸ਼ਨ ਆ, B ਆ, C ਆ, D ਆ। ਇਹ ਤੁਸੀਂ ਪੜ੍ਹ ਕੇ ਦੱਸਣਾ ਵੀ ਮਤਲਬ ਇਹਨਾਂ ਦੇ ਵਿੱਚੋਂ ਕਿਹੜੀ ਆਨਸਰ ਆ ਜਿਹੜਾ ਉਹ ਇਹਦਾ ਕਰੈਕਟ ਆਨਸਰ ਆ। ਤੇ ਇਹ ਵੀਡੀਓ ਤੋਂ ਬਾਅਦ ਦੇ ਵਿੱਚ ਐਂਡ ਤੇ ਆਨਸਰ ਮੈਂ ਤੁਹਾਨੂੰ ਇਹਦਾ ਦੱਸ ਦਾਂਗਾ, ਪਰ ਤੁਸੀਂ ਪਹਿਲਾਂ ਟਰਾਈ ਕਰ ਲਿਓ ਇੱਕ ਵਾਰ ਤੇ ਵੀ ਮਤਲਬ ਕਿ ਕਿਹੜਾ ਆਨਸਰ ਆ। ਵੀਡੀਓ ਚੱਲਣ ਦੇ ਦੌਰਾਨ ਹੀ ਕਮੈਂਟ ਕਰਕੇ ਆਨਸਰ ਦੱਸ ਦਿਓ ਕੀ ਆਨਸਰ ਆਏਗਾ। ਤਾਂ ਬਾਕੀ ਤੁਹਾਨੂੰ A to Z ਪੂਰਾ ਸਮਝਾਇਆ ਜਾਏਗਾ ਇਹਦੇ ਬਾਰੇ ਕਿ ਤੁਹਾਨੂੰ ਪੁਆਇੰਟ ਆ ਸਕਦੇ ਆ, ਕਿਵੇਂ ਹਟਦੇ ਆ, ਕਿਵੇਂ ਬਣਦੇ ਆ। ਤਾਂ ਇੱਕ ਆਪਾਂ ਦੇਖੋ ਆ UPSC ਦਾ ਕੁਐਸਚਨ ਆਇਆ ਵਾ, IAS ਪ੍ਰੀਲਿਮਸ ਦਾ 2013 ਦਾ ਕੁਐਸਚਨ ਆ। ਤਾਂ ਇਹਦੇ ਚੋਂ ਦੇਖ ਲਓ ਕਿਵੇਂ ਦੀਆਂ ਸਟੇਟਮੈਂਟ ਬਣਦੀਆਂ ਨੇ। ਤੇ ਆਪਣਾ PPSC ਨੂੰ ਲੈ ਕੇ ਆਪਾਂ ਐਵੇਂ ਦੇ ਕੁਐਸਚਨ ਨੇ ਜਿਹੜੇ ਉਹ ਪ੍ਰਪੇਅਰ ਕਰਨੇ ਆ, ਤਾਂ ਐਵੇਂ ਦੇ ਤਰੀਕੇ ਨਾਲ ਟੌਪਿਕ ਆ ਜਿਹੜਾ ਆਪਾਂ ਪ੍ਰਪੇਅਰ ਕਰਨਾਗਾ। ਤਾਂ ਇਹਦੇ 'ਚ ਇਹਨਾਂ ਨੇ ਕਿਹਾ ਵੀ ਆ ਸਟੇਟਮੈਂਟਸ ਨੇ ਤੁਹਾਡੇ ਕੋਲ ਅਟਾਰਨੀ ਜਨਰਲ ਨੂੰ ਲੈ ਕੇ। ਟੇਕ ਪਾਰਟ ਇਨ ਦਾ ਪ੍ਰੋਸੀਡਿੰਗ ਆਫ ਦਾ ਲੋਕ ਸਭਾ ਦੇ ਵਿੱਚ ਉਹ ਪਾਰਟਿਸਿਪੇਟ ਕਰਦਾ। ਬੀ ਏ ਮੈਂਬਰ ਆਫ ਦਾ ਕਮੇਟੀ ਆਫ ਦਾ ਲੋਕ ਸਭਾ, ਇਹਨਾਂ ਦਾ ਮੈਂਬਰ ਹੁੰਦਾ। ਸਪੀਕ ਇਨ ਦਾ ਮੈਂਬਰ ਬਣ ਸਕਦਾ। ਸਪੀਕ ਇਨ ਦਾ ਲੋਕ ਸਭਾ ਦੇ ਵਿੱਚ ਜਿਹੜੀ ਸਪੀਚ ਆ ਉਹ ਦੇ ਸਕਦੇ ਨੇ। ਵੋਟ ਇਨ ਦਾ ਲੋਕ ਸਭਾ, ਕੀ ਲੋਕ ਸਭਾ ਦੇ ਵਿੱਚ ਉਹ ਵੋਟ ਕਰ ਸਕਦੇ ਆ। ਤਾਂ ਇਹਨਾਂ ਦੇ ਵਿੱਚੋਂ ਜਿਹੜੀਆਂ ਤੁਹਾਡੀਆਂ ਆਪਸ਼ਨਾਂ ਨੇ ਉਹ ਤੁਸੀਂ ਇਹਨਾਂ ਦੇ ਵਿੱਚੋਂ ਦੱਸਣਾ ਵੀ ਇਕੱਲਾ ਪਹਿਲੀ ਸਹੀ ਆ, ਦੂਸਰੀ ਤੇ ਚੌਥੀ ਸਹੀ ਆ, ਫਸਟ ਸੈਕੰਡ ਥਰਡ ਤਿੰਨੋਂ ਸਹੀ ਨੇ, ਔਰ ਜਾਂ ਫਸਟ ਐਂਡ ਥਰਡ ਸਹੀ ਆ। ਤਾਂ ਇਹ ਤੁਹਾਡੇ ਮਤਲਬ ਕਿ ਆਪਸ਼ਨਾਂ ਨੇ, ਤੁਸੀਂ ਇਹਨਾਂ ਦਾ ਹੁਣੇ ਮਤਲਬ ਕਿ ਵੀਡੀਓ ਪਹਿਲਾਂ ਤੁਸੀਂ ਦੇਖ ਲਓ ਤੇ ਆਨਸਰ ਇਹਦਾ ਕਰਨ ਦੀ ਕੋਸ਼ਿਸ਼ ਕਰੋ, ਔਰ ਐਂਡ ਤੇ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਆਨਸਰ ਇਹਨਾਂ ਦੇ ਜ਼ਰੂਰ ਦੇਵਾਂਗਾ। ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਡਾ ਕੋਈ ਪੁਆਇੰਟ ਆ ਜਿਹੜਾ ਉਹ ਮਿਸ ਨਾ ਹੋ ਸਕੇ। ਤਾਂ ਦੇਖੋ ਅਟਾਰਨੀ ਜਨਰਲ ਆਫ ਇੰਡੀਆ ਇਹ ਇੱਕ ਵੈਸੇ ਤਾਂ ਇੱਕ ਕਨਸਟੀਟਿਊਸ਼ਨਲ ਆ। ਤਾਂ ਦੇਖੋ ਹੂ ਇਜ਼ ਅਟਾਰਨੀ ਜਨਰਲ ਆਫ ਇੰਡੀਆ, ਤਾਂ ਮਤਲਬ ਕਿ ਕੌਣ ਹੁੰਦੇ ਆਪਣੇ ਯੂਨੀਅਨ ਐਗਜ਼ੀਕਿਊਟਿਵ ਹੁੰਦੇ ਆ ਇਹ, ਠੀਕ ਆ, ਪਾਰਟ ਆਫ ਦਾ ਯੂਨੀਅਨ ਐਗਜ਼ੀਕਿਊਟਿਵ। ਦ ਹਾਈਐਸਟ ਲਾਅ ਆਫਿਸਰ, ਆਪਣੀ ਕੰਟਰੀ ਦਾ ਜਿਹੜਾ ਸਭ ਤੋਂ ਵੱਡਾ ਲਾਅ ਆਫਿਸਰ ਹੁੰਦਾ ਉਹ ਕੌਣ ਹੁੰਦਾ, ਅਟਾਰਨੀ ਜਨਰਲ ਹੁੰਦੇ ਆ। ਤਾਂ ਹੁਣ ਇਹ ਆਰਟੀਕਲ ਕਿੰਨੇ ਦੇ ਵਿੱਚ ਆਉਂਦੇ ਆ, 76। ਸਭ ਤੋਂ ਇੰਪੋਰਟੈਂਟ ਪੁਆਇੰਟ ਆ ਵੀ ਆਰਟੀਕਲ ਕਿਹੜੇ ਤੋਂ ਸ਼ੁਰੂ ਹੁੰਦੇ ਆ, ਤੇ ਆਰਟੀਕਲ 76 ਤੋਂ ਸ਼ੁਰੂ ਹੁੰਦੇ ਆ, ਔਰ ਆਪਣੇ ਕਨਸਟੀਟਿਊਸ਼ਨ 'ਚ ਅਟਾਰਨੀ ਜਨਰਲ ਆਫ ਇੰਡੀਆ ਦੀ ਜਿਹੜਾ ਆਫਿਸ ਆ। ਓਕੇ, ਤਾਂ ਚੀਫ ਲੀਗਲ ਐਡਵਾਈਜ਼ਰ ਟੂ ਦਾ ਗਵਰਨਮੈਂਟ, ਤਾਂ ਜਿਹੜਾ ਚੀਫ ਲੱਗ ਗਿਆ ਨਾ, ਚੀਫ ਸ਼ਬਦ ਹਮੇਸ਼ਾ ਵੱਡੇ ਦੇ ਲਈ ਹੁੰਦਾ। ਤਾਂ ਚੀਫ ਲੀਗਲ ਐਡਵਾਈਜ਼ਰ ਔਰ ਟੂ ਦਾ ਗਵਰਨਮੈਂਟ ਆਫ ਇੰਡੀਆ ਦਾ ਸਭ ਤੋਂ ਵੱਡਾ ਜਿਹੜਾ ਐਡਵਾਈਜ਼ਰ ਹੁੰਦੇ ਆ ਉਹ ਕੌਣ ਹੁੰਦੇ ਆ, ਅਟਾਰਨੀ ਜਨਰਲ ਆਫ ਇੰਡੀਆ ਹੁੰਦੇ ਆ। ਆਪਣੀ ਕੰਟਰੀ ਦੇ ਵਿੱਚ ਜਿਵੇਂ ਆਪਣੇ ਫਸਟ ਸਿਟੀਜ਼ਨ ਆਫ ਇੰਡੀਆ ਕੌਣ ਹੁੰਦੇ ਆ, ਉਹ ਆਪਣੇ ਹੁੰਦੇ ਨੇ ਪ੍ਰੈਜ਼ੀਡੈਂਟ ਸਾਹਿਬ। ਔਰ ਆਪਾਂ ਕੱਲ੍ਹ ਗੱਲ ਕਰੀ ਸੀ ਆਪਣੇ ਹੁਣ ਜਿਹੜੇ ਹਾਈਐਸਟ ਲਾਅ ਆਫਿਸਰ ਨੇ ਉਹ ਕੌਣ ਹੁੰਦੇ ਆ, ਅਟਾਰਨੀ ਜਨਰਲ ਆਫ ਇੰਡੀਆ। ਓਕੇ, ਤਾਂ ਪ੍ਰਾਇਮਰੀ ਲਾਇਰ ਰਿਪਰੈਜ਼ੈਂਟਿੰਗ ਜੂਨੀਅਰ ਗਵਰਨਮੈਂਟ ਇਨ ਦਾ ਸੁਪਰੀਮ ਕੋਰਟ, ਮਤਲਬ ਕਿ ਸਰਕਾਰ ਦੇ, ਕੇਂਦਰ ਸਰਕਾਰ ਦੇ ਕਿਤੇ ਵੀ ਕੋਈ ਵੀ ਕੇਸ ਹੋਵੇ, ਸੁਪਰੀਮ ਕੋਰਟ ਦੇ ਵਿੱਚ ਆ, ਕਿਸੇ ਹਾਈ ਕੋਰਟ ਦੇ ਵਿੱਚ ਆ, ਕਿਸੇ ਡਿਸਟ੍ਰਿਕਟ ਕੋਰਟ ਦੇ ਵਿੱਚ ਆ, ਆਲ ਇੰਡੀਆ ਕਿਤੇ ਵੀ ਆ, ਕੁਛ ਵੀ ਆ, ਤਾਂ ਉਹਨੂੰ ਸਰਕਾਰ ਵੱਲੋਂ ਰਿਪਰੈਜ਼ੈਂਟ ਕਰਨਾ ਜਿਹੜਾ ਉਹ ਅਟਾਰਨੀ ਜਨਰਲ ਆਫ ਇੰਡੀਆ ਹੀ ਕਰਦੇ ਆ। ਇੱਥੋਂ ਤੱਕ ਇਹ ਬੇਸਿਕ ਜਾਣਕਾਰੀ ਆ ਵੀ ਆਪਣੀ ਕੰਟਰੀ ਦੇ ਚੀਫ ਲੀਗਲ ਆਪਣੇ ਗਵਰਨਮੈਂਟ ਸਰਕਾਰ ਤੇ ਇੰਡੀਆ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਦੇ ਚੀਫ ਲੀਗਲ ਐਡਵਾਈਜ਼ਰ ਨੇ। ਓਕੇ, ਔਰ ਹਾਈਐਸਟ ਲਾਅ ਆਫਿਸਰ ਕੰਟਰੀ ਦੇ ਨੇ, ਔਰ ਯੂਨੀਅਨ ਐਗਜ਼ੀਕਿਊਟਿਵ ਦਾ ਪਾਰਟ ਹੁੰਦੇ ਆ। ਓਕੇ, ਤਾਂ ਆਰਟੀਕਲ 76 ਦੇ ਵਿੱਚ ਆਉਂਦੇ ਆ। ਤਾਂ ਹੁਣ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਵੀ ਇਹ ਨਿਊਜ਼ ਦੇ ਵਿੱਚ ਕਿਉਂ ਸੀਗਾ। ਵੈਸੇ ਇਹ ਜਦੋਂ ਦੀ PPT ਬਣੀ ਆ ਤਾਂ ਉਦੋਂ ਮਤਲਬ ਕਿ ਨਿਊਜ਼ ਦੇ ਵਿੱਚ ਚੱਲ ਰਹੇ ਸੀਗੇ, ਹੁਣ ਇਹ PPT ਨੂੰ ਤਾਂ ਪਹਿਲਾਂ ਦਾ ਟਾਈਮ ਹੋ ਗਿਆ ਤੇ ਮਤਲਬ ਅਪਲੋਡ ਹੁਣ ਹੋ ਰਹੀ ਹੈ ਇਹ। ਤਾਂ ਵੈਸੇ ਵੀ ਤੁਹਾਨੂੰ ਤਾਂ ਇਹ ਟੌਪਿਕ ਸਮਝ ਆਉਣਾ ਚਾਹੀਦਾ, ਤਾਂ ਮਤਲਬ ਕਿ ਨਿਊਜ਼ ਦੇ ਵਿੱਚ ਕਿਉਂ ਰਿਹਾ ਸੀ। ਤਾਂ ਵੈਸੇ ਇਹ ਨਿਊਜ਼ ਪੁਰਾਣੀ ਹੈ, ਕਿਤੇ ਹੁਣ ਦੇ ਅਖਬਾਰ ਚੱਕ ਕੇ ਦੇਖਣ ਲੱਗ ਜਾਓ ਤੁਸੀਂ। ਤਾਂ ਇਹਦੇ 'ਚ ਹੈ 2021 ਦੀ ਆ। ਤਾਂ ਮਤਲਬ ਸੈਂਟਰਲ ਗਵਰਨਮੈਂਟ ਨੇ ਐਕਸਟੈਂਡ ਕਰਤਾ ਸੀ ਕੇ ਬੇਨੂਗੋਪਾਲ ਦੀ ਟਰਮ, ਅਟਾਰਨੀ ਜਨਰਲ ਸੀਗੇ ਆਪਣੇ, ਠੀਕ ਆ। 1 ਸਾਲ ਦੇ ਲਈ ਜਿਹੜੇ ਕੇ ਬੇਨੂਗੋਪਾਲ ਜੀ ਸੀ ਇਹਨਾਂ ਦੀ ਟਰਮ ਉਹ ਵਧਾ ਦਿੱਤੀ ਗਈ ਹੈ, ਐਕਸਟੈਂਡ ਕਰਤੀ। ਤਾਂ ਬੇਨੂਗੋਪਾਲ ਜੀ ਅਪਾਇੰਟਡ ਕੀਤੇ ਗਏ ਸੀ 91 ਨੰਬਰ ਦੇ ਨੇ, 15ਵੇਂ ਨੰਬਰ ਦੇ ਅਟਾਰਨੀ ਜਨਰਲ ਸੀਗੇ ਆਪਣੇ, 2017 ਦੇ ਵਿੱਚ ਇਹ ਬਣੇ ਸੀ। ਤੇ ਇਹ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਇਹ ਤੋਂ ਪਹਿਲਾਂ ਸੀਗੇ ਉਹ ਸੀਗੇ ਆਪਣੇ ਮੁਕਲ ਰੋਹਤਾਗੀ ਜੀ,
ਉਹ 2014 ਤੋਂ 17 ਤੱਕ ਸੀ। ਤਾਂ ਜਿਹੜੇ ਆਪਣੇ ਫਸਟ ਅਟਾਰਨੀ ਜਨਰਲ ਸੀ, ਆਹ ਇੱਕ ਫੈਕਟ ਬਣ ਸਕਦਾ ਵੀ ਜਿਹੜੇ ਫਸਟ ਆਪਣੇ ਅਟਾਰਨੀ ਜਨਰਲ ਸੀ ਉਹ ਕੌਣ ਸੀ, MC ਸੀਤਲਵਾੜ ਸੀਗੇ। ਔਰ ਇਹਨਾਂ ਦਾ ਜਿਹੜਾ ਪੀਰੀਅਡ ਸੀ ਉਹ ਸਭ ਤੋਂ ਲੌਂਗੈਸਟ ਰਿਹਾ ਗਾ, ਮਤਲਬ ਅਟਾਰਨੀ ਜਨਰਲ ਦੇ ਰੂਪ ਵਿੱਚ ਸਭ ਤੋਂ ਜ਼ਿਆਦਾ ਸਮਾਂ ਜਿਹੜਾ ਰਿਹਾ ਉਹ MC ਸੀਤਲਵਾੜ ਜੀ ਦਾ ਹੀ ਰਿਹਾ ਗਾ, ਲਗਭਗ 13 ਸਾਲ ਮਤਲਬ ਇਹ ਰਹੇ ਨੇ। ਔਰ ਇਹਨਾਂ ਦਾ ਪੀਰੀਅਡ ਲਿਖਿਆ ਵਾ ਇੱਥੇ ਨੀਚੇ, ਠੀਕ ਆ। ਔਰ ਜਿਹੜਾ ਸਭ ਤੋਂ ਸ਼ਾਰਟ ਰਿਹਾ, ਜਿਹੜਾ ਸਭ ਤੋਂ ਮਤਲਬ ਕਿ ਘੱਟ ਸਮਾਂ ਰਿਹਾ ਨਾ, ਉਹ ਰਿਹਾ ਸੀ ਆਪਣੇ ਸਬਜੀ, ਤੇ ਇਹ 2 ਵਾਰ ਬਣੇ ਸੀ, ਮਤਲਬ ਕਿ ਇਹਨਾਂ ਦੀ ਟਰਮ 2 ਵਾਰ ਰਹੀ ਸੀ। ਇੱਕ ਵਾਰੀ 11ਵੇਂ ਨੰਬਰ ਦੇ ਬਣੇ ਸੀ, ਇੱਕ ਵਾਰੀ ਇਹ 7ਵੇਂ ਨੰਬਰ ਦੇ, ਤੇ ਜਿਹੜੇ ਹੁਣ ਚੱਲ ਰਹੇ ਨੇ ਉਹ ਕਹਿੰਦੇ 15ਵੇਂ ਨੰਬਰ ਦੇ ਨੇ। ਤਾਂ ਆਹ ਤੁਹਾਨੂੰ ਪੁਆਇੰਟ ਪਤਾ ਲੱਗ ਗਿਆ ਵੀ ਮਤਲਬ ਕਿ ਖਬਰਾਂ ਦੇ, ਵੈਸੇ ਤਾਂ ਆਪਣਾ ਪੋਲਿਟੀ ਦਾ ਟੌਪਿਕ ਆ ਤੇ ਆਪਾਂ ਤਾਂ ਕਰਨਾ ਵੈਸੇ ਵੀ ਸੀਗਾ, ਪਰ ਜਿਹੜਾ ਨਿਊਜ਼ ਦੇ ਵਿੱਚ ਰਹਿੰਦਾ ਤੇ ਸਪੈਸ਼ਲ ਸੁਰਖੀਆਂ ਦੇ ਵਿੱਚ ਆਉਂਦਾ ਨਾ, ਤਾਂ ਉਹ ਆਪਣੇ UPSC PPSC ਲਈ ਇੱਕ ਇੰਪੋਰਟੈਂਟ ਟੌਪਿਕ ਬਣ ਜਾਂਦਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਅਪੁਆਇੰਟਮੈਂਟ ਔਰ ਇਹਨਾਂ ਦੀ ਐਲੀਜੀਬਿਲਟੀ ਦੇ ਬਾਰੇ। ਤਾਂ ਇਹਨਾਂ ਨੂੰ ਅਪੁਆਇੰਟਮੈਂਟ ਕਿਹਨਾਂ ਦੇ ਦੁਆਰਾ ਕੀਤਾ ਜਾਂਦਾ, ਰਾਸ਼ਟਰਪਤੀ ਦੇ ਦੁਆਰਾ। ਪਰ ਇਹ ਨਹੀਂ ਵੀ ਇਕੱਲੇ ਰਾਸ਼ਟਰਪਤੀ ਕਰਦੇ ਆ, ਤਾਂ ਐਡਵਾਈਜ਼ ਜ਼ਰੂਰੀ ਹੈ ਇੱਥੇ ਕਿਹਦੀ, ਗਵਰਨਮੈਂਟ ਦੀ, ਯਾਨੀ ਕਿ ਕੇਂਦਰ ਸਰਕਾਰ ਦੀ ਜਿਹੜੀ ਇੱਥੇ ਐਡਵਾਈਜ਼ ਆ ਉਹ ਜ਼ਰੂਰੀ ਆ ਰਾਸ਼ਟਰਪਤੀ ਨੂੰ ਜਦੋਂ ਇਹ ਇਹਨਾਂ ਨੂੰ ਅਪੁਆਇੰਟ ਕਰਨਗੇ। ਤਾਂ ਜਿਹੜਾ ਇਹ ਮਤਲਬ ਕਿ ਇਹਨਾਂ ਦੀ ਕੁਆਲੀਫਿਕੇਸ਼ਨ ਕੀ ਹੁੰਦੀ ਆ, ਇਹਨਾਂ ਦੀ ਕੁਆਲੀਫਿਕੇਸ਼ਨ ਅਪੁਆਇੰਟ ਕਰਨ ਦੇ ਲਈ, ਜਿਵੇਂ ਸੁਪਰੀਮ ਕੋਰਟ ਦਾ ਜੱਜ ਅਪੁਆਇੰਟ ਕਰਨ ਦੇ ਲਈ ਜਿਹੜੀ ਕੁਆਲੀਫਿਕੇਸ਼ਨ ਜ਼ਰੂਰੀ ਹੁੰਦੀ ਆ, ਉਹ ਸਾਰੀ ਇੱਥੇ ਇਹਨਾਂ ਦੇ ਵਿੱਚ ਯੋਗਤਾ ਹੋਣੀ ਚਾਹੀਦੀ ਆ। ਕਿਹੜੀਆਂ ਨੇ ਉਹਨਾਂ 'ਤੇ ਵੀ ਝਾਤ ਮਾਰ ਲੈਂਦੇ ਆਪਾਂ। ਮਤਲਬ ਇੰਡੀਆ ਦੇ ਸਿਟੀਜ਼ਨ ਹੋਣੇ ਚਾਹੀਦੇ, ਇਹ ਤਾਂ ਸਭ ਦੇ ਲਈ ਜ਼ਰੂਰੀ ਹੁੰਦਾ ਵੀ ਇੰਡੀਆ ਦਾ ਸਿਟੀਜ਼ਨ ਤਾਂ ਬਸ ਲਾਈ ਦਿਆ ਕਰੋ ਵੀ ਹੋਣਾ ਚਾਹੀਦਾ। ਅਤੇ ਹੀ ਮਸਟ ਹੈਵ ਈਦਰ ਕੰਪਲੀਟਡ 5 ਈਅਰ ਹਾਈ ਕੋਰਟ, ਮਤਲਬ ਕਿ ਜੇ ਕਿਸੇ ਦੇ ਵਿੱਚ ਉਹ ਜੱਜ ਰਿਹਾ ਤਾਂ ਮਤਲਬ ਹਾਈ ਕੋਰਟ ਦੇ ਵਿੱਚ 5 ਸਾਲ ਦਾ ਹੋਵੇ, ਅਗਰ ਉਹ ਉੱਥੇ ਵਕੀਲ ਐਡਵੋਕੇਟ ਰਹੇ ਨੇ ਤਾਂ 10 ਸਾਲ ਦਾ ਐਕਸਪੀਰੀਅੰਸ ਚਾਹੀਦਾ। ਓਕੇ, ਜੱਜ ਦੇ ਲਈ 5 ਸਾਲ ਦਾ, ਹਾਈ ਕੋਰਟ 'ਚ ਵਕੀਲ ਦੇ ਲਈ 10 ਸਾਲ ਦਾ, ਜਾਂ ਫਿਰ ਐਮੀਨੈਂਟ ਹੋਵੇ, ਜੂਰਿਸਟ ਹੋਵੇ, ਮਤਲਬ ਕਿ ਰਾਸ਼ਟਰਪਤੀ ਦੀ ਨਜ਼ਰ ਦੇ ਵਿੱਚ। ਇੱਥੋਂ ਤੱਕ ਕਲੀਅਰ ਆ ਤੁਹਾਨੂੰ। ਉਹਨਾਂ ਦੀ ਅਪੁਆਇੰਟਮੈਂਟ ਕੌਣ ਕਰਦਾ, ਰਾਸ਼ਟਰਪਤੀ, ਔਰ ਉਹ ਕਾਹਦੀ ਸਲਾਹ 'ਤੇ ਕਰਦਾ, ਆਪਣੀ ਗਵਰਨਮੈਂਟ ਦੀ ਐਡਵਾਈਸ 'ਤੇ ਕਰਦਾ। ਬਾਕੀ ਉਹਨਾਂ ਦੀਆਂ ਯੋਗਤਾਵਾਂ ਸੁਪਰੀਮ ਕੋਰਟ ਦੇ ਜੱਜ ਦੇ ਬਰਾਬਰ ਹੁੰਦੀਆਂ ਨੇ, ਅਤੇ ਸੈਲਰੀ ਵੀ ਉਹਨਾਂ ਦੇ ਬਰਾਬਰ ਜਿਹੀ ਹੁੰਦੀ ਆ। ਪਰ ਇਹਦੀ ਜਿਹੜੀ ਸੈਲਰੀ ਦੇ ਬਾਰੇ ਪੁਆਇੰਟ ਆ ਨਾ, ਜਿਹੜੇ ਇਹਨਾਂ ਦੀ ਸੈਲਰੀ ਦੇ ਬਾਰੇ ਪੁਆਇੰਟ ਆ, ਮਤਲਬ ਕਿ ਉਹ ਫਿਕਸ ਨਹੀਂ ਹੁੰਦੀ, ਠੀਕ ਆ। ਸੰਵਿਧਾਨ ਦੇ ਵਿੱਚ ਉਹਦੇ ਬਾਰੇ ਆਪਣੇ ਕੋਈ ਵੀ ਜਿਹੜਾ ਪ੍ਰੋਵੀਜ਼ਨ ਆ ਉਹ ਨਹੀਂ ਹੈਗਾ। ਇਹਨਾਂ ਨੂੰ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਕਰਦੇ ਨੇ, ਠੀਕ ਆ, ਦੱਸਦੇ ਆ। ਬਾਕੀ ਹੁਣ ਅੱਗੇ ਦੇਖੋ ਇਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਇਹਦੇ ਨਾਲ ਰਿਲੇਟਡ ਆਪਣੇ ਆਰਟੀਕਲ ਕਿਹੜੇ ਨੇ, ਤਾਂ ਆਰਟੀਕਲ 76, 88 ਔਰ 105 ਨੰਬਰ ਆਰਟੀਕਲ, ਆਹ 3 ਆਰਟੀਕਲ ਨੇ ਜਿਹੜੇ ਇਹ ਰਿਲੇਟ ਕਰਦੇ ਆ ਸਿੱਧਾ ਅਟਾਰਨੀ ਜਨਰਲ ਨੂੰ। ਤਾਂ 76 ਕੀ ਕਹਿੰਦਾ, ਅਟਾਰਨੀ ਜਨਰਲ ਆਫ ਇੰਡੀਆ ਹੋਊਗਾ। 88 ਦੇ ਵਿੱਚ ਕੀ ਹੈ, ਰਾਈਟਸ ਆਫ ਅਟਾਰਨੀ ਜਨਰਲ। 105 ਦੇ ਵਿੱਚ ਆਉਂਦੀਆਂ ਪਾਵਰ, ਪ੍ਰਿਵਿਲੇਜਸ ਐਂਡ ਇਮਿਊਨਿਟੀਜ਼ ਨੇ, ਠੀਕ ਆ। ਤਾਂ ਇਹ ਤੋਂ ਬਾਅਦ ਐਡਵੋਕੇਟ ਜਨਰਲ ਆਫ ਪੰਜਾਬ। ਤਾਂ ਹੁਣ ਆਪਾਂ ਦੇਖਦੇ ਹਾਂ, ਤਾਂ ਤੁਸੀਂ ਦੇਖੋ ਪਹਿਲਾਂ ਥੋੜ੍ਹੇ ਜਿਹੇ ਪੁਆਇੰਟ ਨੇ ਜਿਹੜੇ ਆਪਾਂ ਬੇਸਿਕ ਪੁਆਇੰਟ ਨੇ, ਉਹ PPT 'ਚ ਹੈ ਨਹੀਂ, ਤੁਸੀਂ ਵੈਸੇ ਨੋਟ ਕਰੋ ਉਹਨਾਂ ਨੂੰ। ਤਾਂ ਆਪਾਂ ਹੁਣ ਗੱਲ ਕਰਦੇ ਹਾਂ ਵੀ ਕਰੰਟ ਆਪਣੇ ਕੀ ਬੇਨੂ ਗੋਪਾਲ ਜੀ ਨੇ, ਔਰ ਇਹ 15ਵੇਂ ਨੰਬਰ ਦੇ ਨੇ। ਆਰਟੀਕਲ 76 ਆ, ਔਰ ਸਭ ਤੋਂ ਲੌਂਗੈਸਟ ਪੀਰੀਅਡ ਕਿਹਨਾਂ ਦਾ, MC ਸੀਤਲਵਾੜ ਦਾ ਹੀ ਰਿਹਾ। ਔਰ ਆਪਣੇ ਇਹ ਕੰਟਰੀ ਦੇ ਫਸਟ ਲਾਅ ਆਫਿਸਰ ਕੀ ਹੁੰਦੇ ਆ, ਇਹ ਫਸਟ ਲਾਅ ਆਫਿਸਰ ਆਫ ਦਾ ਸੈਂਟਰਲ ਗਵਰਨਮੈਂਟ, ਜਾਂ ਹਾਈਐਸਟ ਲਾਅ ਆਫਿਸਰ ਇਨ ਦਾ ਕੰਟਰੀ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਹਾਈਐਸਟ ਲਾਅ ਆਫਿਸਰ ਇਨ ਦਾ ਕੰਟਰੀ। ਮਤਲਬ ਆਪਣੀ ਕੰਟਰੀ ਦਾ ਸਭ ਤੋਂ ਵੱਡਾ ਹਾਈਐਸਟ ਲਾਅ ਆਫਿਸਰ ਇਹੀ ਹੁੰਦੇ ਨੇ। ਔਰ ਇਹਨਾਂ ਨੂੰ ਜੇ ਆਪਾਂ ਅਪੁਆਇੰਟ ਕਰਨਾ ਹੋਵੇ, ਚਾਹੇ ਇਹਨਾਂ ਨੂੰ ਅਪੁਆਇੰਟ ਕਰਨਾ, ਚਾਹੇ ਇਹਨਾਂ ਨੂੰ ਆਪਾਂ ਰਿਮੂਵ ਕਰਨਾ, ਮਤਲਬ ਕਿਹਨਾਂ ਦੇ ਦੁਆਰਾ ਕੀਤਾ ਜਾਂਦਾ, ਪ੍ਰੈਜ਼ੀਡੈਂਟ ਦੇ ਦੁਆਰਾ। ਅਪੁਆਇੰਟ ਤੇ ਰਿਮੂਵ ਇਹਨਾਂ ਨੂੰ ਕੌਣ ਕਰਦੇ ਆ, ਪ੍ਰੈਜ਼ੀਡੈਂਟ ਦੁਆਰਾ ਕਰਦੇ ਆ। ਔਰ ਇਹਨਾਂ ਦਾ ਜਿਹੜਾ ਟਨਿਓਰ ਆ, ਟਨਿਓਰ ਮਤਲਬ ਹੁੰਦਾ ਕਾਰਜਕਾਲ ਇਹਨਾਂ ਦਾ, ਜਿਹੜਾ ਇਹਨਾਂ ਦਾ ਕਾਰਜਕਾਲ ਆ ਨਾ, ਉਹ ਆਪਣੇ ਨੋਟ ਫਿਕਸ ਬਾਏ ਕੌਨਸਟੀਟਿਊਸ਼ਨ, ਨੋਟ ਫਿਕਸ ਮਤਲਬ ਕੌਨਸਟੀਟਿਊਸ਼ਨ 'ਚ ਹੈ ਨਹੀਂ ਗਾ ਇਹਨਾਂ ਦਾ ਟਨਿਓਰ। ਤਾਂ ਮਤਲਬ ਕਹਿੰਦੇ ਵੀ ਇਹ ਮਤਲਬ ਕਿ ਪਲੀਜ਼ਰ ਤੱਕ ਕੰਮ ਕਰਦੇ ਨੇ ਪ੍ਰੈਜ਼ੀਡੈਂਟ ਦੀ ਤੱਕ, ਪਲੀਜ਼ਰ ਪ੍ਰੈਜ਼ੀਡੈਂਟ। ਪਰ ਇਹ ਵੀ ਨਹੀਂ ਹੈਗਾ ਵੀ ਉਹ ਕਿਸੇ ਵੀ ਸਮੇਂ ਇਹਨਾਂ ਨੂੰ ਹਟਾ ਸਕਦੇ ਆ, ਇਹ ਵੀ ਨਹੀਂ ਹੈਗਾ ਵੀ ਮਤਲਬ ਉਹੀ ਹਟਾ ਸਕਦੇ ਆ। ਔਰ ਅਗਰ ਇਹਨਾਂ ਨੇ ਆਪਦਾ ਰਿਜ਼ਾਈਨ ਦੇਣਾ ਹੋਵੇ, ਅਗਰ ਇਹਨਾਂ ਨੇ ਆਪਦਾ ਅਸਤੀਫਾ ਦੇਣਾ, ਤਾਂ ਉਹ ਅਸਤੀਫਾ ਕਿਹਨਾਂ ਨੂੰ ਦੇਣਗੇ, ਉਹ ਵੀ ਇਹ ਅਸਤੀਫਾ ਕਿਹਨਾਂ ਨੂੰ ਦਿੰਦੇ ਨੇ, ਪ੍ਰੈਜ਼ੀਡੈਂਟ ਨੂੰ। ਬਾਕੀ ਟਨਿਓਰ ਦੇ ਫਿਕਸ ਨਹੀਂ ਹੈਗਾ। ਜੇ ਟਨਿਓਰ ਇਹਨਾਂ ਦਾ ਫਿਕਸ ਨਹੀਂ ਹੈਗਾ ਤਾਂ ਨੋ ਏਜ ਲਿਮਟ, ਕੋਈ ਇਹਨਾਂ ਦੀ ਏਜ ਲਿਮਟ ਵੀ ਹੈ ਨਹੀਂ। ਜਿਵੇਂ ਆਪਾਂ ਕੱਲ੍ਹ ਗੱਲ ਕਰੀ ਸੀ ਵੀ ਜਿਹੜੇ ਆਪਣੇ ਕੈਗ ਹੁੰਦੇ ਆ ਉਹਨਾਂ ਦਾ 6 ਸਾਲ ਦਾ ਕਾਰਜਕਾਲ ਹੁੰਦਾ, ਜਾਂ ਫਿਰ 65 ਸਾਲ ਤੱਕ। ਇਹ ਆਪਾਂ ਜਿਹੜੇ ਪੁਆਇੰਟ ਕਰੇ ਸੀ ਇਹ ਆਪਣੇ ਕੈਗ ਨੂੰ ਲੈ ਕੇ ਰਿਲੇਟਡ ਸੀਗੇ। ਓਕੇ, ਤਾਂ ਰਿਜ਼ਾਈਨ ਕਿਹਨਾਂ ਨੂੰ ਦੇਣਗੇ, ਪ੍ਰੈਜ਼ੀਡੈਂਟ ਨੂੰ ਦੇਣਗੇ।
ਬਾਕੀ ਇਹਨਾਂ ਦੇ ਕੋਲੇ ਰਾਈਟ ਹੁੰਦੇ ਨੇ ਆਡੀਅנס ਦਾ। ਕਾਹਦਾ ਰਾਈਟ ਹੁੰਦਾ? ਆਡੀਅנס ਨੂੰ ਲੈ ਕੇ ਰਾਈਟ ਹੁੰਦਾ। ਮਤਲਬ ਚਾਹੇ ਆਪਣੀ ਕੋਈ ਹਾਈ ਕੋਰਟ ਆ, ਡਿਸਟ੍ਰਿਕਟ ਕੋਰਟ ਆ, ਚਾਹੇ ਫਿਰ ਸੁਪਰੀਮ ਕੋਰਟ ਆ, ਤੇ ਉਹਦੇ 'ਚ ਕਿਤੇ ਵੀ ਕੇਸ ਲੜ ਸਕਦੇ ਨੇ। ਔਰ ਲੋਕ ਸਭਾ ਚਾਹੇ ਉਹ ਰਾਜ ਸਭਾ, ਕਿਸੇ ਦੇ ਵਿੱਚ ਵੀ ਬੈਠ ਸਕਦੇ ਆ, ਇੱਥੇ ਸਿਟਿੰਗ ਬੈਠ ਸਕਦੇ ਆ, ਸਪੀਚ ਦੇ ਸਕਦੇ ਨੇ, ਠੀਕ ਆ, ਕੋਈ ਐਡਵਾਈਸ ਦੇ ਸਕਦੇ ਨੇ। ਜਿਹੜੀਆਂ ਵੀ ਇਹਨਾਂ ਦੀਆਂ ਕਮੇਟੀਆਂ ਬਣਦੀਆਂ ਨੇ, ਕਮੇਟੀ 'ਚ ਭਾਗ ਲੈ ਸਕਦੇ ਆ। ਮਤਲਬ ਉੱਥੇ ਇਹ ਜਿੰਨਾ ਵੀ ਕੁਛ ਹੁੰਦਾ ਐਡਵਾਈਸ ਕਰ ਸਕਦੇ ਆ, ਐਡਰੈਸ ਕਰ ਸਕਦੇ ਆ, ਪਾਰਟੀਸਪੇਟ ਕਰ ਸਕਦੇ ਆ। ਬਸ ਇੱਥੇ ਫਰਕ ਕੀ ਹੁੰਦਾ, ਇਹਨਾਂ ਦੇ ਕੋਲੇ ਇੱਕ ਰਾਈਟ ਨਹੀਂ ਹੁੰਦੇ, 2-3 ਜਿਹੜੇ ਬੇਸਿਕਲੀ ਰਾਈਟ ਨੇ। ਨੋ ਰਾਈਟ ਟੂ ਵੋਟ, ਆਹ ਇੰਪੋਰਟੈਂਟ ਗੱਲ ਆ ਵੀ ਇਹਨਾਂ ਦੇ ਕੋਲੇ ਤੇ ਨਾ ਇਹ ਰਾਈਟ ਹੁੰਦਾ ਵੋਟ ਦਾ, ਨਾ ਹੀ ਇਹ ਮੈਂਬਰ ਹੁੰਦੇ ਆ। ਨਾਟ ਮੈਂਬਰ ਆਫ ਐਨੀ ਹਾਊਸ। ਓਕੇ, ਮਤਲਬ ਨਾ ਤਾਂ ਇਹ ਕਿਸੇ ਹਾਊਸ ਦੇ ਮੈਂਬਰ ਹੁੰਦੇ ਆ ਤੇ ਨਾ ਹੀ ਇਹਨਾਂ ਦੇ ਕੋਲੇ ਵੋਟ ਦਾ ਰਾਈਟ ਹੁੰਦਾ। ਬਾਕੀ ਇਹ ਬੈਠ ਕਿਸੇ ਵੀ ਸਦਨ 'ਚ ਸਕਦੇ ਆ, ਸਪੀਚ ਵੀ ਦੇ ਸਕਦੇ ਆ, ਐਡਵਾਈਸ ਕਰ ਸਕਦੇ ਆ, ਔਰ ਕਮੇਟੀ 'ਚ ਪਾਰਟੀਸਪੇਟ ਕਰ ਸਕਦੇ ਆ। ਕਿਸੇ ਵੀ ਕੋਰਟ ਦੇ ਵਿੱਚ, ਹਾਈ ਕੋਰਟ, ਡਿਸਟ੍ਰਿਕਟ ਕੋਰਟ, ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕੇਸ ਲੜ ਸਕਦੇ ਆ। ਆ ਤਾਂ ਇਹਨਾਂ ਦਾ ਤੁਸੀਂ ਸਕਰੀਨਸ਼ਾਟ ਲੈਣਾ, ਸਕਰੀਨਸ਼ਾਟ ਲੈ ਲਓ। ਬਾਕੀ ਤੁਸੀਂ ਇਹਨੂੰ ਨੋਟ ਕਰ ਲਓ ਆਪਦੇ ਨੋਟਸ ਵਗੈਰਾ ਦੇ ਵਿੱਚ। ਤਾਂ ਇਹ ਬੇਸਿਕ ਪੁਆਇੰਟ ਨੇ। ਜਿਹੜੀ ਸਟੇਟਮੈਂਟ ਬਣਨੀ ਆ ਉਹ ਜਿਨ੍ਹਾਂ ਨੂੰ ਜਿੰਨਾ ਕੁਛ ਇੱਥੇ ਦੱਸਿਆ ਗਿਆ, ਜਿਨ੍ਹਾਂ ਨੂੰ ਇਹ ਕਲੀਅਰ ਹੋ ਗਿਆ, ਤਾਂ ਉਹ ਸਾਰੀਆਂ ਸਟੇਟਮੈਂਟਸ ਨੇ ਜਿਹੜੀਆਂ ਉਹ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਉਹ ਕਵਰ ਕਰ ਲੈਣਗੇ। ਤਾਂ ਅੱਗੇ ਦੇਖੋ, ਇਹਨਾਂ ਦੇ ਬਾਰੇ ਗੱਲ ਕਰ ਲਈ। ਹੁਣ ਕੁਆਲੀਫਿਕੇਸ਼ਨਸ ਜਿਹੜੀਆਂ ਆਪਾਂ ਉਹਨਾਂ ਦੇ ਬਾਰੇ ਵੀ ਗੱਲ ਕਰ ਲਈ। ਤੇ ਜਿਹੜਾ ਮਤਲਬ ਕਿ ਇਹਨਾਂ ਨੂੰ ਜਿੰਨਾ ਕੁ ਸੰਸਦ ਦੇ ਮੈਂਬਰਾਂ ਨੂੰ ਮਿਲਦਾ ਨਾ, ਉਹੀ ਇਹਨਾਂ ਨੂੰ ਸਾਰਾ ਕੁਝ ਮਿਲਦਾ। ਬਸ ਇੰਨਾ ਵੀ ਇਹਨਾਂ ਕੋਲੇ ਵੋਟਿੰਗ ਰਾਈਟ ਨਹੀਂ ਹੁੰਦਾ ਔਰ ਨਾ ਹੀ ਇਹ ਮੈਂਬਰ ਹੁੰਦੇ ਆ ਕਿਸੇ ਹਾਊਸ ਦੇ। ਤਾਂ ਹੁਣ ਇਹ ਕਦੋਂ ਹਟ ਸਕਦੇ ਆ? ਮਤਲਬ ਇੱਕ ਇਹਨਾਂ ਲਈ ਹੋਰ ਕੰਡੀਸ਼ਨ ਕੀ ਬਣ ਸਕਦੀ ਹੈ ਹਟਣ ਦੇ ਲਈ? ਠੀਕ ਹੈ, ਕਦੋਂ ਹਟ ਸਕਦੇ? ਤੁਸੀਂ ਮੇਰੇ ਸ਼ਬਦਾਵਲੀ 'ਤੇ ਧਿਆਨ ਦੇਣਾ ਇੱਧਰ, ਮਤਲਬ ਕਿ ਠੀਕ ਆ, ਜਿਹੜਾ ਮੈਂ ਮਤਲਬ ਕਿ ਬੋਲ ਰਿਹਾ, ਜਿਹੜੀ ਮੈਂ ਬੋਲ ਰਿਹਾ ਤੁਸੀਂ ਉਹਨੂੰ ਦੇਖਣਾ, ਇੱਧਰ ਨਹੀਂ ਦੇਖਣਾ। ਮਤਲਬ ਇੱਧਰ ਤਾਂ ਲਿਖਣ ਦੇ ਵਿੱਚ ਐਰਰ ਕਾਫੀ ਹੁੰਦੀਆਂ ਨੇ। ਤਾਂ ਜਦੋਂ ਇਹਨਾਂ ਨੂੰ ਹਟਾਇਆ, ਮਤਲਬ ਕਦੋਂ ਹਟਦੇ ਆ? ਜਦੋਂ ਆਪਣੀ ਜਿਹੜੀ ਕਾਉਂਸਲ ਆਫ ਮਿਨਿਸਟਰ ਆ ਨਾ, ਕਾਉਂਸਲ ਆਫ ਜਿਹੜੀ ਮਿਨਿਸਟਰ ਆ, ਜਾਂ ਤਾਂ ਇਹ ਰਿਜ਼ਾਈਨ ਦੇ ਦੇ ਜਾਂ ਫਿਰ ਬਦਲ ਜੇ, ਤਾਂ ਉਦੋਂ ਵੀ ਇਹ ਹਟ ਜਾਂਦੇ ਆ। ਓਕੇ, ਕਿਉਂਕਿ ਇਹਨਾਂ ਦੇ ਦੁਆਰਾ ਹੀ ਇਹ ਰਿਕਮੈਂਡ ਕੀਤੇ ਹੁੰਦੇ ਆ ਨਾ। ਤਾਂ ਇਹ ਇਹਨਾਂ ਦਾ ਇੱਕ ਪੁਆਇੰਟ ਬਣਦਾ, ਐਕਸੈਪਸ਼ਨਲ ਜਿਹਾ ਪੁਆਇੰਟ ਆ। ਤਾਂ ਹੁਣ ਆਪਾਂ ਇਹਨਾਂ ਦੀਆਂ ਡਿਊਟੀ ਦੀ ਗੱਲ ਕਰ ਲੈਂਦੇ ਹਾਂ। ਜੇ ਡਿਊਟੀਜ਼ ਦੀ ਗੱਲ ਕਰੀਏ ਤਾਂ ਇਹ ਐਡਵਾਈਸ ਕਰਦੇ ਨੇ ਲੀਗਲ ਮੈਟਰਸ 'ਤੇ, ਜਿਹੜੇ ਮੁੱਦੇ ਰਾਸ਼ਟਰਪਤੀ ਜੀ ਦੁਆਰਾ ਇਹਨਾਂ ਨੂੰ ਦਿੱਤੇ ਜਾਂਦੇ ਆ। ਠੀਕ ਆ, ਗਵਰਨਮੈਂਟ ਨੂੰ ਐਡਵਾਈਸ ਕਰਦੇ ਆ, ਕਿਉਂਕਿ ਇਹਨਾਂ ਕੋਲੇ ਜਿਹੜੇ ਮੈਟਰ ਜਾਂ ਮੁੱਦੇ ਆਉਂਦੇ ਨੇ ਬਾਏ P52, ਯਾਨੀ ਕਿ ਪ੍ਰੈਜ਼ੀਡੈਂਟ ਜੀ ਦੁਆਰਾ। ਤਾਂ ਰਾਸ਼ਟਰਪਤੀ ਕੋਈ ਵੀ ਕੰਮ ਇਹਨਾਂ ਨੂੰ ਹੋਰ ਜ਼ਿੰਮੇਵਾਰੀ ਦੇ ਦੇ ਤਾਂ ਉਹ ਵੀ ਇਹਨਾਂ ਨੂੰ ਕਰਨਾ ਪੈਂਦਾ। ਔਰ ਗਵਰਨਮੈਂਟ ਆਫ ਇੰਡੀਆ ਦੇ ਬਿਹਾਫ 'ਤੇ, ਗਵਰਨਮੈਂਟ ਆਫ ਇੰਡੀਆ ਦੇ ਬਿਹਾਫ 'ਤੇ ਕੇਸ ਲੜਦੇ ਆ, ਕੇਸ ਲੜਦੇ। ਠੀਕ ਹੈ, ਸੁਪਰੀਮ ਕੋਰਟ ਦੇ ਵਿੱਚ ਲਾ ਲਓ, ਮਤਲਬ ਕਿ ਕੇਸ ਲੜਦੇ ਆ। ਤਾਂ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰਦੇ ਆ। ਜਦੋਂ ਮਤਲਬ ਇੱਕ ਆਰਟੀਕਲ ਆਉਂਦਾ, ਆਰਟੀਕਲ ਨੰਬਰ 143। ਵੈਸੇ ਸੁਪਰੀਮ ਕੋਰਟ ਦੇ ਆਰਟੀਕਲਾਂ ਦੇ ਵਿੱਚੋਂ ਆ, ਜਦੋਂ ਮਤਲਬ ਕਿ ਰਾਸ਼ਟਰਪਤੀ ਸਲਾਹ ਕਰਦੇ ਨੇ ਆਪਣਾ ਸੁਪਰੀਮ ਕੋਰਟ ਨਾਲ ਐਡਵਾਈਸ ਕਰਦੇ ਆ, ਤਾਂ ਉਦੋਂ ਰਿਪਰੈਜ਼ੈਂਟ ਇਹੀ ਕਰਦੇ ਨੇ ਗਵਰਨਮੈਂਟ ਨੂੰ ਉੱਥੇ। ਤਾਂ ਕਿਸੇ ਵੀ ਹਾਈ ਕੋਰਟ ਦੇ ਵਿੱਚ ਜਾਂ ਸਰਕਾਰ ਦਾ ਮਸਲਾ ਹੋਵੇ ਤਾਂ ਉੱਥੇ ਸਰਕਾਰ ਵੱਲੋਂ ਜਿਹੜਾ ਪੇਸ਼ ਹੁੰਦੇ ਨੇ ਉਹ ਕੌਣ ਹੁੰਦੇ ਨੇ? ਇਹੀ ਉੱਥੇ ਜਾ ਕੇ ਪੇਸ਼ ਹੁੰਦੇ ਆ। ਓਕੇ, ਤਾਂ ਇਹ ਬੇਸਿਕ ਪੁਆਇੰਟ ਸੀਗੇ ਜਿਹੜੇ ਇਹਨਾਂ ਦੇ ਬਾਰੇ ਆਪਾਂ ਗੱਲ ਕੀਤੀ ਆ। ਤਾਂ ਹੁਣ ਰਿਲੇਟਡ ਆਰਟੀਕਲ ਸੀਗੇ, ਆਰਟੀਕਲ 76 ਇਹਨਾਂ ਦੇ ਬਾਰੇ ਵੀ ਆਪਾਂ ਦੇਖ ਲਿਆ, 88 ਦੇ ਬਾਰੇ ਦੇਖ ਲਿਆ, 105 ਇਹਦੇ ਬਾਰੇ ਵੀ ਦੇਖ ਲਿਆ। ਤਾਂ ਹੁਣ ਆਪਣੇ ਜਿਹੜੇ ਹੁੰਦਾ ਆਪਣਾ ਸਟੇਟ ਦੇ ਵਿੱਚ, ਤਾਂ ਸਟੇਟ ਦੇ ਵਿੱਚ ਹੁੰਦੇ ਨੇ ਐਡਵੋਕੇਟ ਜਨਰਲ ਆਫ ਪੰਜਾਬ। ਮਤਲਬ ਕਿਸੇ ਵੀ ਸਟੇਟ ਦੇ ਵਿੱਚ ਐਡਵੋਕੇਟ ਜਨਰਲ ਹੁੰਦੇ ਆ ਔਰ ਉੱਥੇ ਅਟਾਰਨੀ ਜਨਰਲ ਹੁੰਦੇ ਆ। ਤਾਂ ਆਪਣੇ ਐਡਵੋਕੇਟ ਜਨਰਲ ਆਫ ਪੰਜਾਬ DS ਪਟਵਾਲੀਆ ਜੀ ਹੁਣੇ ਮਤਲਬ ਕਿ ਨਵੇਂ ਬਣੇ ਸੀਗੇ। ਤਾਂ ਇਦੋਂ ਪਹਿਲਾਂ ਸੀਗੇ ਜਿਹੜੇ, ਅਤੇ ਇੱਥੇ ਅਤੁਲ ਨੰਦਾ ਜੀ ਨਹੀਂ ਹੈਗੇ, ਇੱਥੇ ਆਪਣੇ APS ਦਿਓਲ ਜੀ ਨੇ, ਮਤਲਬ ਕਿ ਇਹਨਾਂ ਨੇ ਰਿਜ਼ਾਈਨ ਦੇਤਾ ਸੀਗਾ। ਤਾਂ ਹੁਣ ਜਿਹੜੇ ਆਪਣੇ ਬਣੇ ਨੇ ਉਹ DS ਪਟਵਾਲੀਆ ਜੀ ਬਣੇ ਨੇ। ਤਾਂ ਇਸ ਤੋਂ ਇਹਨਾਂ ਦੇ ਨਾਲ ਜਿਹੜੇ ਰਿਲੇਟਡ ਆਰਟੀਕਲ ਹੁੰਦੇ ਆ, ਉਹ ਇਹਨਾਂ ਦੇ ਨਾਲ ਜਿਹੜੇ ਰਿਲੇਟਡ ਆਰਟੀਕਲ ਨੇ ਉਹਨਾਂ ਦੇ ਬਾਰੇ ਆਪਾਂ ਗੱਲ ਕਰੀਏ। ਜਿਹੜੇ ਇਹਨਾਂ ਦੇ ਨਾਲ ਰਿਲੇਟਡ 165 ਨੰਬਰ ਆਰਟੀਕਲ ਆ, 177 ਨੰਬਰ, 194। 165 ਦੇ ਵਿੱਚ ਆਫਿਸ ਆਫ ਦਾ ਐਡਵੋਕੇਟ ਜਨਰਲ, ਰਾਈਟਸ ਆਫ ਦਾ ਐਡਵੋਕੇਟ ਜਨਰਲ ਔਰ ਪਾਵਰਸ ਆਫ ਐਡਵੋਕੇਟ ਜਨਰਲ। ਤਾਂ ਇੱਥੇ APS ਦਿਓਲ ਕਰ ਲਿਓ, ਇੱਥੇ ਮਿਸਪ੍ਰਿੰਟ ਹੋਇਆ ਵਾ। APS ਦਿਓਲ ਨੇ ਰਿਜ਼ਾਈਨ ਦਿੱਤਾ ਸੀ ਔਰ ਇਹ ਤੋਂ ਬਾਅਦ ਹੁਣ ਆਪਣੇ DS ਪਟਵਾਲੀਆ ਜੀ ਪੰਜਾਬ ਦੇ ਨੇ।
ਇਹ ਤੋਂ ਬਾਅਦ ਜੇ ਆਪਾਂ ਹੋਰ ਇਹਨਾਂ ਦੇ ਮਤਲਬ ਕਿ ਫੈਕਟਸ ਦੀ ਬਾਰੇ ਗੱਲ ਕਰੀਏ ਤਾਂ ਇਹਨਾਂ ਦੇ ਕੋਲੇ ਰਾਈਟ ਹੁੰਦਾ ਸਪੀਕ ਐਂਡ ਟੇਕ ਪਾਰਟ ਇਨ ਦਾ ਪ੍ਰੋਸੀਡਿੰਗ ਆਫ ਦਾ ਬੋਥ ਹਾਊਸ ਆਫ ਪਾਰਲੀਮੈਂਟ, ਕਿਸੇ ਵੀ ਹਾਊਸ ਦੇ ਵਿੱਚ ਇਹ ਬੈਠ ਸਕਦੇ ਆ, ਠੀਕ ਆ, ਤੇ ਉਹਦੇ 'ਚ ਆਪਣਾ ਸਪੀਚ ਵਗੈਰਾ ਦੇ ਸਕਦੇ ਨੇ। ਜੁਆਇੰਟ ਸਿਟਿੰਗ ਨੇ ਕੋਈ ਵੀ ਕਮੇਟੀ ਆ ਉਹਦੇ ਵਿੱਚ ਵੀ ਇਹ ਭਾਗ ਲੈ ਸਕਦੇ ਆ। ਇਹਨਾਂ ਕੋਲੇ ਵੋਟ ਦਾ ਰਾਈਟ ਨਹੀਂ ਹੁੰਦਾ, ਸਿਮਿਲਰ ਟੂ ਮੈਂਬਰ ਪਾਰਲੀਮੈਂਟ ਦੇ ਵਾਂਗੂ ਸਾਰਾ ਕੁਝ ਇਹਨਾਂ ਨੂੰ ਮਿਲਦਾ। ਨਾਟ ਕੰਸੀਡਰਡ ਐਜ਼ ਦਾ ਗਵਰਨਮੈਂਟ ਸਰਵੈਂਟ, ਐਗਜ਼ੀਕਿਊਟਿਵ ਦਾ ਪਾਰਟ ਨੇ ਇਹ, ਗਵਰਨਮੈਂਟ ਸਰਵੈਂਟ ਨਹੀਂ ਹੈਗੇ, ਮਤਲਬ ਇਹਨਾਂ 'ਚ ਸ਼ਾਮਲ ਨਹੀਂ ਕੀਤਾ ਜਾਂਦਾ ਇਹਨਾਂ ਨੂੰ। ਹੀ ਹੈਜ਼ ਟੂ ਰਿਪਰੈਜ਼ੈਂਟ ਦਾ ਯੂਨੀਅਨ ਗਵਰਨਮੈਂਟ ਇਨ ਐਨੀ ਰੈਫਰੈਂਸ ਮੇਡ ਬਾਈ ਦਾ ਪ੍ਰੈਜ਼ੀਡੈਂਟ ਟੂ ਦਾ ਸੁਪਰੀਮ ਕੋਰਟ। ਆਹ ਆਪਾਂ ਪਹਿਲਾਂ ਤੁਹਾਨੂੰ ਪੁਆਇੰਟ ਦੱਸ ਹੀ ਦਿੱਤਾ। ਬਾਕੀ ਇਹਨਾਂ ਦੀ ਜਿਹੜੀ ਸੈਲਰੀ ਆ ਉਹ ਵੀ ਉਹਦੇ ਵਿੱਚ ਮੈਂਸ਼ਨ ਨਹੀਂ ਹੈਗੀ, ਔਰ ਜਿਹੜਾ ਇਹਨਾਂ ਨੂੰ ਹਟਾਉਣ ਦਾ ਤਰੀਕਾ ਉਹ ਵੀ ਇਹਨਾਂ ਦੇ ਵਿੱਚ ਮੈਂਸ਼ਨ ਨਹੀਂ ਹੈਗਾ। ਓਕੇ, ਤਾਂ ਇਹ ਸੀਗੀਆਂ ਇਹਨਾਂ ਦੇ ਹੋਰ ਫੈਕਟਸ। ਅਤੇ ਇਹ ਤੋਂ ਬਾਅਦ ਆ ਲਿਮਿਟੇਸ਼ਨ ਇਹਨਾਂ ਦੀਆਂ, ਮਤਲਬ ਐਡਵਾਈਜ਼ ਨਹੀਂ ਕਰ ਸਕਦੇ ਅਗੇਂਸਟ ਗਵਰਨਮੈਂਟ ਆਫ ਇੰਡੀਆ ਕਿਸੇ ਨੂੰ। ਹੀ ਸ਼ੁੱਡ ਨਾਟ ਐਡਵਾਈਜ਼ ਹੋਲਡ ਬਰੀਫ ਇਨ ਦਾ ਕੇਸ ਵਿਚ ਇਜ਼ ਕਾਲਡ ਅਪੋਨ ਦਾ ਐਡਵਾਈਸ ਔਰ ਅਪੀਅਰ ਫॉर ਦਾ ਗਵਰਨਮੈਂਟ ਆਫ ਇੰਡੀਆ। ਮਤਲਬ ਇਹਦੇ 'ਚ ਵੀ ਹੈ ਵੀ ਇਹ ਐਡਵਾਈਜ਼ ਨਹੀਂ ਕਰ ਸਕਦੇ ਵਿਚ ਇਜ਼ ਕਾਲਡ ਅਪੋਨ ਦਾ ਐਡਵਾਈਜ਼ ਔਰ ਅਪੀਅਰ ਫॉर ਦਾ ਗਵਰਨਮੈਂਟ, ਜਿੱਥੇ ਮਤਲਬ ਕਿ ਇਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਦੇ ਵਜੋਂ ਬੁਲਾਇਆ ਗਿਆ ਤਾਂ ਮਤਲਬ ਕਿਸੇ ਵੀ ਐਂਟੀ ਅਗੇਂਸਟ ਨੂੰ ਉੱਥੇ ਇਹ ਨਹੀਂ ਕਰ ਸਕਦੇ। ਤਾਂ ਹੀ ਸ਼ੁੱਡ ਨਾਟ ਡਿਫੈਂਡ ਅਕਿਊਜ਼ਡ ਪਰਸਨ, ਮਤਲਬ ਕਿਸੇ ਅਕਿਊਜ਼ਡ ਪਰਸਨ ਨੂੰ ਇਹ ਨਹੀਂ ਕਰ ਸਕਦੇ, ਡਿਫੈਂਡ ਨਹੀਂ ਕਰ ਸਕਦੇ ਦਾ ਬਿਨਾਂ ਗਵਰਨਮੈਂਟ ਆਫ ਇੰਡੀਆ ਦੀ ਪਰਮਿਸ਼ਨ ਦੇ। ਹੀ ਸ਼ੁੱਡ ਨਾਟ ਐਕਸੈਪਟ ਅਪੋਇੰਟਮੈਂਟ ਅ ਡਾਇਰੈਕਟਰ ਇਨ ਐਨੀ ਕੰਪਨੀ, ਮਤਲਬ ਕਿਸੇ ਕੰਪਨੀ ਵਗੈਰਾ ਦੇ ਵਿੱਚ ਡਾਇਰੈਕਟਰ ਦੀ ਅਪੋਇੰਟਮੈਂਟ ਆ ਜਿਹੜੀ ਉਹ ਨਹੀਂ ਕਰ ਸਕਦੇ। ਇਹ ਤਾਂ ਸੀਗੇ ਇਹਨਾਂ ਦੇ ਬਾਰੇ ਪੁਆਇੰਟ। ਤਾਂ ਹੁਣ ਇਹਨਾਂ ਦੇ ਲਈ ਇੱਕ ਹੋਰ ਦੇਖੋ, ਇੱਕ ਹੁੰਦੇ ਨੇ ਆਪਣੇ ਸੋਲਿਸਟਰ ਜਨਰਲ ਆਫ ਇੰਡੀਆ। ਤਾਂ ਦੇਖੋ ਇਹ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਨਹੀਂ ਮੈਂਸ਼ਨ ਹੈਗਾ, ਤਾਂ ਇਹ ਵਾਲੇ ਨੇ ਜਿਹੜੇ ਆਪਣੇ ਇਹ ਕੌਂਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਨਹੀਂ ਹੈਗਾ ਸੋਲਿਸਟਰ ਜਨਰਲ। ਇਹ ਮਤਲਬ ਕਿ ਆਪਣੇ AG ਅਟਾਰਨੀ ਜਨਰਲ ਦੀ ਹੈਲਪ ਦੇ ਲਈ ਹੁੰਦੇ ਆ, ਅਸਿਸਟ ਕਰਨ ਦੇ ਲਈ ਹੁੰਦੇ ਆ। ਤਾਂ ਇਸ ਤੋਂ ਬਾਅਦ ਇੱਕ ਹੋਰ ਹੁੰਦੇ ਆ ਐਡੀਸ਼ਨਲ ਸੋਲਿਸਟਰ ਜਨਰਲ ਵੀ ਹੁੰਦੇ ਆ, ਇਹ ਵੀ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਜਿਹੜੇ ਨਹੀਂ ਹੈਗੇ। ਓਕੇ, ਤਾਂ ਜਿਹੜੇ ਆਪਣੇ ਇੱਥੇ ਚੰਡੀਗੜ੍ਹ ਵਾਲੇ ਨੇ ਉਹਨਾਂ ਦਾ ਨਾਮ ਆਪਣੇ ਜਿਹੜੇ ਮਤਲਬ ਕਿ ਆਹ ਨੇ ਆਪਣੇ ਸਤਿਆਪਾਲ ਜੈਨ। ਤਾਂ ਚੰਡੀਗੜ੍ਹ ਵਾਲੇ ਜਦੋਂ ਇਹ ਬਣੇ ਸੀਗੇ ਨਾ, ਮਤਲਬ ਪਹਿਲੀ ਵਾਰੀ ਉਦੋਂ ਇਹ 2014 ਦੇ ਵਿੱਚ ਕਿਹਾ ਸੀਗਾ, 2015 ਦੇ ਵਿੱਚ ਇਹ ਬਣਾਏ ਗਏ ਸੀ। ਓਕੇ, ਤਾਂ ਹੁਣ ਇਹਨਾਂ ਨੂੰ ਦੁਬਾਰੇ ਕੀਤਾ ਗਿਆ 2015 'ਚ, ਮਤਲਬ ਕਿ ਪਹਿਲੀ ਵਾਰ ਨਿਯੁਕਤ ਕੀਤਾ ਸੀਗਾ ਇਹ ਆਪਣੇ ਫਾਰਮਰ MP ਵੀ ਨੇ ਚੰਡੀਗੜ੍ਹ ਤੋਂ, ਔਰ ਇਹ ਪੰਜਾਬ ਹਰਿਆਣਾ ਦੇ ਕੋਰਟ ਦੇ ਐਡਵੋਕੇਟ ਨੇ ਸੀਨੀਅਰ। ਕਲੀਅਰ ਆ। ਹੁਣ ਜਿੰਨੇ ਇਹਨਾਂ ਦੇ ਬਾਰੇ ਪੁਆਇੰਟ ਬਣਦੇ ਸੀ ਆਪਾਂ ਤੁਹਾਡੇ ਨਾਲ ਸਾਰੇ ਡਿਸਕਸ ਕੀਤੇ ਨੇ, ਜਿਵੇਂ ਕਿ ਇਹਦੀਆਂ ਲਿਮਿਟੇਸ਼ਨ ਦੇ ਬਾਰੇ ਕੀ ਸੀਗਾ, ਇਹਨਾਂ ਦੇ ਬਾਰੇ ਫੈਕਟ ਕਿਹੜੇ ਨੇ, ਕਿੱਥੇ ਬੈਠ ਸਕਦੇ ਆ, ਕੀ ਇਹਨਾਂ ਨੂੰ ਰਾਈਟ ਮਿਲਦੇ ਨੇ, ਤਾਂ ਉਹਨਾਂ ਦੇ ਬਾਰੇ ਵੀ ਗੱਲ ਕਰ ਲਈ। ਇਹਨਾਂ ਦੇ ਜਿਹੜੇ ਆਰਟੀਕਲ ਸੀਗੇ ਰਿਲੇਟਡ ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰ ਲਈ। ਅਪੋਇੰਟਮੈਂਟ ਤੇ ਐਲੀਜੀਬਿਲਟੀ ਸੀਗੀਆਂ ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰ ਚੁੱਕੇ ਹਾਂ, ਤੇ ਨਿਊਜ਼ ਦੇ ਵਿੱਚ ਕਿਉਂ ਸੀ, ਕਿਹਨਾਂ ਦਾ ਲੰਬਾ ਪੀਰੀਅਡ ਰਿਹਾ, ਕਿਹਨਾਂ ਦਾ ਘੱਟ ਪੀਰੀਅਡ ਰਿਹਾ, ਉਹਦੇ ਬਾਰੇ ਵੀ ਆਪਾਂ ਗੱਲ ਕਰ ਲਈ। ਤਾਂ ਹੁਣ ਦੇਖੋ ਆਪਾਂ ਕਿਹਾ ਸੀ ਤੁਹਾਨੂੰ ਵੀ ਆਪਾਂ ਐਂਡ ਤੇ ਆ ਕੇ ਆਨਸਰ ਕਰਾਂਗੇ। ਤਾਂ ਵਿਚ ਆਫ ਦਾ ਫੋਲੋਇੰਗ ਇਜ਼ ਟਰੂ ਅਬਾਊਟ ਦਾ ਅਟਾਰਨੀ ਜਨਰਲ ਆਫ ਇੰਡੀਆ। ਟਰਮ ਆਫ ਦਾ ਆਫਿਸ ਐਂਡ ਮਤਲਬ ਡਿਸਾਈਡਡ ਬਾਈ ਪ੍ਰੈਜ਼ੀਡੈਂਟ, ਟਰਮ ਸੰਵਿਧਾਨ ਦੇ ਵਿੱਚ ਤਾਂ ਹੈ ਨਹੀਂ, ਤਾਂ ਜਮਾ ਸਹੀ ਆ। ਹੀ ਐਡਵਾਈਜ਼ ਦਾ ਗਵਰਨਮੈਂਟ ਆਫ ਇੰਡੀਆ, ਇਹਨਾਂ ਦੇ ਐਡਵਾਈਜ਼ ਦੇ ਲਈ ਹੁੰਦਾ, ਇਹ ਵੀ ਜਮਾ ਸਹੀ ਆ। ਹੀ ਹੈਜ਼ ਦਾ ਰਾਈਟ ਟੂ ਦਾ ਆਡੀਅੰਸ ਆਲ ਕੋਰਟਸ ਆਫ ਇੰਡੀਆ, ਆਪਾਂ ਹੁਣ ਕਹਿ ਕੇ ਹਟਿਆ ਵੀ ਕਿ ਸਾਰੀਆਂ ਕੋਰਟ ਦੇ ਵਿੱਚ ਬੈਠ ਸਕਦਾ, ਲੋਕ ਸਭਾ ਰਾਜ ਸਭਾ ਦੇ ਵਿੱਚ ਬੈਠ ਸਕਦਾ, ਤਾਂ ਇਹ ਵੀ ਜਮਾ ਸਹੀ ਆ। ਤਾਂ ਇਹਦਾ ਆਨਸਰ ਆਉਣਾ ਸੀ D ਆਨਸਰ, ਬਿਲਕੁਲ ਰਾਈਟ ਆਨਸਰ ਆ। ਅੱਗੇ ਆਪਣਾ UPSC ਵਾਲਾ ਕੁਐਸਚਨ ਦੇਖੋ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟ ਅਟਾਰਨੀ ਜਨਰਲ ਟੇਕ ਪਾਰਟ ਇਨ ਦਾ ਪ੍ਰੋਸੀਡਿੰਗ ਆਫ ਦਾ ਲੋਕ ਸਭਾ ਦੇ ਵਿੱਚ ਭਾਗ ਲੈ ਸਕਦੇ ਨੇ, ਜਮਾ ਸਹੀ ਆ। ਬੀ ਅ ਮੈਂਬਰ ਆਫ ਅ ਕਮੇਟੀ ਆਫ ਦਾ ਲੋਕ ਸਭਾ, ਕਮੇਟੀਆਂ ਦੇ ਵਿੱਚ ਮੈਂਬਰ ਬਣ ਸਕਦਾ, ਇਹ ਵੀ ਜਮਾ ਸਹੀ ਆ। ਤਾਂ ਤੁਸੀਂ 2 ਦੇ ਬੇਸ ਤੇ, ਅਗਰ ਤੁਹਾਨੂੰ 2 ਵੀ ਪਤਾ ਨਾ ਤਾਂ ਤੁਸੀਂ 2 ਦੇਖੋ, ਮਤਲਬ ਪਹਿਲੇ ਤੇ 2 ਤਾਂ ਸਹੀ ਆ, ਇਹਦੇ 'ਚ ਇਕੱਲਾ 1 ਆ, ਤਾਂ ਮਤਲਬ ਇਹ ਆਪਸ਼ਨ ਕੱਟੀ ਗਈ। ਇਹਦੇ 'ਚ 1 ਨਹੀਂ ਹੈਗਾ, ਇਹ ਵੀ ਆਪਸ਼ਨ ਕੱਟੀ ਗਈ। ਇਹਦੇ 'ਚ 2 ਨਹੀਂ ਹੈਗਾ, ਇਹ ਵੀ ਆਪਸ਼ਨ ਕੱਟੀ ਗਈ। ਤਾਂ ਜਿਹੜੀ ਇਹਦੀ ਸਹੀ ਆਪਸ਼ਨ ਬਚਦੀ ਸੀ ਉਹ ਵੈਸੇ ਸੀ, ਤੁਸੀਂ 2 ਦੇ ਬੇਸ ਤੇ ਲਾ ਸਕਦੇ ਸੀ। ਬਾਕੀ ਆਪਾਂ ਸਾਰੀਆਂ ਚੈੱਕ ਕਰਨੀਆਂ ਨੇ। ਸਪੀਕ ਇਨ ਦਾ ਲੋਕ ਸਭਾ, ਇਹਦੇ 'ਚ ਭਾਸ਼ਣ ਦੇ ਸਕਦੇ ਆ। ਵੋਟ ਇਨ ਦਾ ਲੋਕ ਸਭਾ, ਵੋਟਿੰਗ ਦਾ ਰਾਈਟ ਇਹਨਾਂ ਕੋਲ ਨਹੀਂ ਹੁੰਦਾ। ਤਾਂ ਜੇ ਤੁਹਾਨੂੰ ਇਕੱਲਾ 4 ਵੀ ਯਾਦ ਰਹਿੰਦਾ ਵੀ ਇਹਨਾਂ ਕੋਲ ਵੋਟਿੰਗ ਦਾ ਰਾਈਟ ਨਹੀਂ ਹੁੰਦਾ, ਤਾਂ ਦੇਖੋ ਜਿਹ 'ਚ 4 ਆ ਉਹ ਤਾਂ ਵੈਸੇ ਹੀ ਕੱਟਿਆ ਗਿਆ ਨਾ। ਤਾਂ ਫਿਰ ਇਹ ਤੋਂ ਬਾਅਦ ਦੇ ਵਿੱਚ ਕਿਹੜੇ ਬਚਦੇ ਆ, ਤਾਂ ਇਹ ਤੋਂ ਬਾਅਦ ਦੇਖੋ ਟੇਕ ਪਾਰਟ ਇਨ ਪ੍ਰੋਸੀਡਿੰਗ, ਤਾਂ ਤੁਸੀਂ ਦੇਖ ਕੇ ਮਤਲਬ ਓਵਰਆਲ ਸਾਰਾ ਕਨਕਲੂਜਨ ਜਾਂ ਕੱਢ ਕੇ ਮੁੱਕਦੀ ਗੱਲ ਇਹ ਆ ਵੀ ਅਸੀਂ ਆਨਸਰ ਇਹਦਾ ਕਰ ਸਕਦੇ ਸੀ ਹੁਣ। ਓਕੇ, ਤਾਂ ਬਾਕੀ ਜਿਹੜਾ ਆਪਾਂ ਇਹਦੀ ਗੱਲ ਕਰੀ ਸੀਗੀ ਐਡਵੋਕੇਟ ਜਨਰਲ ਦੀ, ਤਾਂ ਇਹਨਾਂ ਨੂੰ ਅਪੋਇੰਟ ਇਹ ਮਤਲਬ ਕਿ ਦਫ਼ਤਰ ਕਦੋਂ ਤੱਕ ਰੱਖਦੇ, ਗਵਰਨਰ ਤੱਕ ਰੱਖਦੇ, ਮਤਲਬ ਕਿ ਜਦੋਂ ਤੱਕ ਗਵਰਨਰ ਅਪੋਇੰਟ ਕਰਦੇ ਇਹਨਾਂ ਨੂੰ। ਜੇ ਜਿਹੜਾ ਕੁਛ ਆਪਣੇ ਅਟਾਰਨੀ ਜਨਰਲ ਪ੍ਰੈਜ਼ੀਡੈਂਟ ਨੂੰ ਕਰਦੇ ਆ, ਤਾਂ ਇਹ ਸਾਰਾ ਐਡਵੋਕੇਟ ਜਨਰਲ ਇਹ ਕਿਹਨੂੰ ਕਰਦੇ ਨੇ, ਆਪਣੇ ਗਵਰਨਰ ਜੀ ਨੂੰ ਕਰਦੇ ਨੇ। ਤਾਂ ਇਹ ਤੁਹਾਡੇ ਲਈ ਹੁਣ ਕੁਐਸਚਨ ਨੇ ਤੁਹਾਨੂੰ ਵੀ ਮਤਲਬ ਆਪਣੇ ਗਵਰਨਰ ਕੌਣ ਨੇ, ਹੁਣ ਉਹਨਾਂ ਦੇ ਬਾਰੇ ਦੱਸਣਾ ਤੁਸੀਂ, ਔਰ ਆਪਣੇ ਕੈਗ ਕਿੰਨੇ ਟਾਈਮ ਲਈ ਹੁੰਦੇ ਆ, ਔਰ ਕੈਗ ਕੌਣ ਨੇ, ਉਹਨਾਂ ਦੇ ਨਾਲ ਰਿਲੇਟਡ ਆਰਟੀਕਲ ਨੇ, ਕਿਹੜਾ ਪਾਰਟ ਸੀਗਾ, ਉਹਦੇ ਬਾਰੇ ਤੁਸੀਂ ਕੁਐਸਚਨ ਕਰਕੇ ਕਮੈਂਟ ਦੇ ਵਿੱਚ ਆਪਣਾ ਆਨਸਰ ਜ਼ਰੂਰ ਕਰਨਾ, ਕਮੈਂਟ ਦੇ ਵਿੱਚ ਕਰਨਾ। ਤਾਂ ਅਗਰ ਤੁਹਾਨੂੰ ਹੁਣ ਕਿਹੜੇ ਟੌਪਿਕ 'ਤੇ ਵੀਡੀਓ ਚਾਹੀਦੀ ਹੈ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਅਗਲਾ ਪੋਲਿਟੀ ਦਾ ਆਪਾਂ ਕਿਹੜਾ ਟੌਪਿਕ ਆ ਜਿਹੜਾ ਉਹ ਕਵਰ ਕਰੀਏ। ਨਹੀਂ ਆ ਬਾਕੀ ਜਿਹੜੇ ਇੰਪੋਰਟੈਂਟ ਟੌਪਿਕ ਨੇ ਆਪਾਂ ਐਵੇਂ ਇੱਕ ਕਰਕੇ ਤੁਹਾਨੂੰ ਸਾਰੇ ਕਵਰ ਕਰਵਾ ਦੇਣੇ ਨੇ। ਤਾਂ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਥੈਂਕ ਯੂ।
ਜਿਨ੍ਹਾਂ ਨੂੰ PDF ਚਾਹੀਦੀ ਆ ਉਹ ਸਾਡੇ ਟੈਲੀਗ੍ਰਾਮ ਨੂੰ ਜੁਆਇਨ ਕਰ ਸਕਦੇ ਆ। ਔਰ ਬਾਕੀ ਜਿਨ੍ਹਾਂ ਨੇ ਹਜੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਉਹ ਸਬਸਕ੍ਰਾਈਬ ਕਰਨ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਔਰ ज़्यादा ਤੋਂ ज़्यादा ਵੀਡੀਓ ਨੂੰ ਸ਼ੇਅਰ, ਲਾਈਕ ਔਰ ਕਮੈਂਟ ਜ਼ਰੂਰ ਕਰਿਓ।